ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈਏ ਸਰਵਣ ਕਰੀਏ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ। ਗਿਆਨੀ ਜਸਵਿੰਦਰ ਸਿੰਘ ਜੀ, ਹੈੱਡ ਗ੍ਰੰਥੀ, ਪਲੀਆ ਗੁਰਦੁਆਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬਿਨੰਤੀ। ਮੇਰਾ ਦੁੱਖ ਸੁਖ ਤੁਧ ਹੀ ਪਾਸ। ਬੇਸੁਮਾਰ ਅਥਾ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਬੇਸੁਮਾਰ ਅਥਾ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਗੁਰੂ ਰੂਪ ਗੁਰ ਖਾਲਸਾ ਜੀ, ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਅੰਦਰ ਆਪਾਂ ਮਿਲ ਜੁਲ ਬੈਠ ਕੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਜਾਪ ਵਿੱਚ ਜੁੜੇ ਹੋਏ ਹਾਂ। ਗੁਰੂ ਕੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮੌਸਮ ਦੇ ਅੰਦਰ ਠੰਡਕ ਆ ਰਹੀ ਹੈ ਤੇ ਉਸੇ ਤਰ੍ਹਾਂ ਸੰਗਤ ਦਾ ਪਹਿਰਾ ਵੀ ਘਟਦਾ ਜਾ ਰਿਹਾ ਹੈ। ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਹੈ ਕਿ ਅਸੀਂ ਜਿਤਨੇ ਵੀ ਹਾਂ ਗੁਰੂ ਕੀ ਸੰਗਤ ਕਰਨ ਵਾਲੇ, ਇਹ ਮੌਸਮੀ ਸੰਗਤ ਹੈ। ਜਿਸ ਤਰ੍ਹਾਂ ਮੌਸਮ ਦੀ ਤਬਦੀਲੀ ਹੁੰਦੀ ਹੈ ਤੇ ਸੰਗਤ ਦਾ ਪਹਿਰਾ ਘਟ ਜਾਣਾ, ਬੰਦਾ ਮੌਸਮ ਦੇ ਹਿਸਾਬ ਦੇ ਨਾਲ ਹੀ ਗੁਰੂ ਕੀ ਸੰਗਤ ਕਰਦਾ ਹੈ। ਜੇ ਸਤਿਗੁਰੂ ਕਹਿੰਦੇ ਨੇ ਤੂੰ ਮੌਸਮੀ ਸੰਗਤ ਦੇ ਆਧਾਰ ਤੇ ਚੱਲੇਗਾ ਤੇ ਜੀਵਨ ਦੇ ਅੰਦਰ ਖੁਸ਼ਹਾਲੀ ਪੈਦਾ ਨਹੀਂ ਹੋ ਸਕੇਗੀ। ਸਤਿਗੁਰ ਦੇ ਕਹਿੰਦੇ ਨੇ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ। ਪਰ ਆਪਾਂ ਜਦੋਂ ਦੇਖਦੇ ਹਾਂ ਕਿ ਜਦੋਂ ਹੀ ਅੱਤ ਦੀ ਗਰਮੀ ਹੋਵੇ ਉਦੋਂ ਵੀ ਆਪਾਂ ਘਰਾਂ ਦੇ ਅੰਦਰ ਏਸੀ ਲਾ ਕੇ ਬੈਠ ਜਾਂਦੇ ਹਾਂ। ਠੰਡ ਹੋ ਜਾਏ ਤੇ ਇਹ ਸਮਝਦੇ ਹਾਂ ਧੁੱਪ ਚੜ੍ਹੇਗੀ ਤੇ ਤਾਂ ਗੁਰੂ ਕੀ ਸੰਗਤ ਵਿੱਚ ਜਾਵਾਂਗੇ। ਜੇ ਆਪਾਂ ਗੁਰਬਾਣੀ ਦੇ ਆਧਾਰ ਤੇ ਜੀਵਨ ਨੂੰ ਬਣਾਉਣਾ ਚਾਹੁੰਦੇ ਆ ਤੇ ਸਾਹਿਬ ਕਹਿੰਦੇ ਨੇ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ।
ਸਮੁੰਦ ਸਾਗਰ ਹੋਵੈ ਬਉਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਅਸਲ ਗੁਰਸਿੱਖ ਉਸ ਨੂੰ ਕਿਹਾ ਹੈ। ਇਹ ਨਹੀਂ ਸੇ ਮੌਸਮ ਤਬਦੀਲ ਹੋਇਆ ਤੇ ਆਪਾਂ ਗੁਰੂ ਕੀ ਸੰਗਤ ਵਿੱਚ ਆਉਣਾ ਬੰਦ ਕਰ ਦਈਏ, ਹਾਲ ਖਾਲੀ ਨੇ। ਕੀਰਤਨੀ ਸਿੰਘ ਵੀ ਉਦੋਂ ਹੀ ਕੀਰਤਨ ਦਾ ਆਨੰਦ ਮਾਣ ਸਕਦੇ ਨੇ ਜਦੋਂ ਸੰਗਤ ਭਰਪੂਰ ਬੈਠੀ ਹੋਵੇ। ਉਸ ਸਮੇਂ ਜੋ ਕੀਰਤਨ ਦਾ ਆਨੰਦ ਹੈ ਤੁਸੀਂ ਦੇਖੋਗੇ 4 ਗੁਣਾ ਜ਼ਿਆਦਾ ਵੱਧ ਜਾਂਦਾ ਹੈ, ਕਿਉਂਕਿ ਸੰਗਤ ਜਦੋਂ ਬੈਠੀ ਹੈ, ਸਰੋਤੇ ਬੈਠੇ ਨੇ, ਤੇ ਗਾਣ ਦਾ ਜੋ ਆਨੰਦ ਹੈ ਉਹ ਵੱਖਰਾ ਹੈ। ਜਦੋਂ ਖਾਲੀ ਹਾਲ ਹੁੰਦਾ ਹੈ ਤੇ ਉਸ ਸਮੇਂ ਗਾਣ ਦਾ ਜੋ ਢੰਗ ਹੈ ਉਹ ਹੋਰ ਤਰ੍ਹਾਂ ਦਾ ਹੈ, ਕਿਉਂਕਿ ਸੰਗਤ ਦੇ ਨਾਲ ਜੋ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਆਪਾਂ ਯਤਨ ਕਰੀਏ ਕਿ ਜਿਤਨਾ ਹੋ ਸਕੇ ਗੁਰੂ ਕੀ ਸੰਗਤ ਵਿੱਚ ਆ ਕੇ ਜੁੜ ਕੇ ਮਿਲ ਬੈਠ ਕੇ ਗੁਰਬਾਣੀ ਨੂੰ ਸਰਵਣ ਕਰੀਏ, ਤਾਂ ਕਿ ਮੌਸਮ ਦੇ ਹਿਸਾਬ ਦੇ ਨਾਲ ਜੇ ਗੁਰੂ ਕੀ ਸੰਗਤ ਕਰਦੇ ਆ ਤੇ ਸਤਿਗੁਰ ਕਹਿੰਦੇ ਨੇ ਸੁੱਖ ਨਹੀਂ ਮਿਲ ਸਕਣਗੇ। ਜਿਤਨਾ ਆਰਾਮ ਪ੍ਰਸਤ ਹੋ ਜਾਣਗੇ ਉਤਨੇ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਹਨ। ਇਸ ਲਈ ਸਤਿਗੁਰ ਕਹਿੰਦੇ ਨੇ ਸਮੇਂ ਸਿਰ ਗੁਰੂ ਕੀ ਸੰਗਤ ਕਰ, ਨਾਮ ਬਾਣੀ ਦਾ ਅਭਿਆਸ ਕਰ, ਇਹੀ ਤੇਰੇ ਜੀਵਨ ਦਾ ਇੱਕ ਆਧਾਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੁਰਬ ਬਹੁਤ ਨਜ਼ਦੀਕ ਆ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ 10 ਸਾਲ ਦੀ ਉਮਰ ਦੇ ਹੁੰਦੇ ਨੇ ਤੇ 10 ਸਾਲ ਦੀ ਉਮਰ ਦੇ ਅੰਦਰ ਉਸ ਸਮੇਂ ਹਿੰਦੂ ਘਰਾਣੇ ਵਿੱਚ ਬੇਦੀ ਕੁਲ ਵਿੱਚ ਜਨਮੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹਰਦਿਆਲ ਪੁਰੋਹਿਤ ਦੇ ਨਾਲ ਪਿਤਾ ਮਹਿਤਾ ਕਾਲੂ ਜੀ ਨੇ ਵਿਚਾਰ ਕੀਤੇ ਵੀ ਨਾਨਕ 10 ਸਾਲ ਦਾ ਹੋ ਗਿਆ ਤੇ ਇਸ ਨੂੰ ਜੋ ਜਨੇਊ ਦੀ ਰਸਮ ਹੈ ਇਹ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਹਿੰਦੂ ਧਰਮ ਦੇ ਅੰਦਰ ਜਿਸ ਤਰ੍ਹਾਂ ਬੱਚਾ 10 ਸਾਲ ਦੇ ਅੰਦਰ ਪ੍ਰਵੇਸ਼ ਕਰਦਾ ਹੈ ਉਸ ਨੂੰ ਜਨੇਊ ਪਾਇਆ ਜਾਂਦਾ ਹੈ ਕਿ ਸਭ ਤੋਂ ਉੱਚੀ ਕੁਲ ਦਾ ਬੱਚਾ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬੇਦੀ ਕੁਲ ਦੇ ਚਸ਼ਮੇ ਚਿਰਾਗ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ 10 ਸਾਲ ਦੇ ਹੋਏ ਨੇ ਤੇ ਪਿਤਾ ਮਹਿਤਾ ਕਾਲੂ ਜੀ ਨੇ ਰਿਸ਼ਤੇਦਾਰਾਂ ਦੇ ਅੰਦਰ ਸੱਦਾ ਪੱਤਰ ਭੇਜਿਆ ਹੈ, ਹੋਰ ਆਪਣੇ ਨਜ਼ਦੀਕ ਮਿੱਤਰ ਸੱਜਣਾ ਨੂੰ ਬੁਲਾਇਆ ਵੀ ਫਲਾਣੇ ਦਿਨ ਨਾਨਕ ਨੂੰ ਜੋ ਜਨੇਊ ਦੀ ਰਸਮ ਹੈ ਇਹ ਅਦਾ ਕੀਤੀ ਜਾਣੀ ਹੈ, ਤੁਸੀਂ ਸਮੇਂ ਸਿਰ ਆ ਕੇ ਸਾਰਿਆਂ ਨੇ ਇਹਦੇ ਵਿੱਚ ਸ਼ਾਮਲ ਹੋਣਾ ਹੈ। ਜਿਸ ਤਰ੍ਹਾਂ ਕੋਈ ਸਾਡੇ ਘਰ ਦਾ ਫੰਕਸ਼ਨ ਹੁੰਦਾ ਹੈ ਤੇ ਆਪਾਂ ਸਾਰੇ ਰਿਸ਼ਤੇਦਾਰ ਮਿੱਤਰਾਂ ਨੂੰ ਬੁਲਾਉਂਦੇ ਆ, ਇਸੇ ਤਰ੍ਹਾਂ ਪਿਤਾ ਮਹਿਤਾ ਕਾਲੂ ਨੇ ਯਤਨ ਕੀਤਾ ਵੀ ਸਾਰੇ ਇਕੱਤਰ ਹੋ ਕੇ ਨਾਨਕ ਨੂੰ ਜੋ ਰਸਮ ਹੈ ਜਨੇਊ ਦੀ ਇਹ ਕੀਤੀ ਜਾਏ, ਬੁਲਾਇਆ ਗਿਆ। ਪੰਡਤ ਹਰਦਿਆਲ ਵੀ ਆਏ ਨੇ ਜੋ ਕਿ ਉਸ ਸਮੇਂ ਦੇ ਬਹੁਤ ਵੱਡੇ ਪੁਰੋਹਿਤ ਸਨ। ਸਾਰੀ ਸੰਗਤ ਇਕੱਤਰ ਹੋਈ ਹੈ ਤੇ ਨਾਨਕ ਨੂੰ ਬੁਲਾਇਆ ਗਿਆ। ਇਸ਼ਨਾਨ ਪਾਣੀ ਕਰਕੇ ਤੇ ਨਾਨਕ ਨੂੰ ਕਹਿੰਦੇ ਨੇ ਸਾਹਮਣੇ ਬੈਠ, ਅੱਜ ਤੈਨੂੰ ਭਾਈ ਜਨੇਊ ਦੀ ਜੋ ਰਸਮ ਹੈ ਪਹਿਨਾਣ ਦੀ ਇਹ ਤੇਰੇ ਨਾਲ ਕੀਤੀ ਜਾਣੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਸਮੇਂ 7 ਬਚਨ ਕਿਹਾ ਹੈ, ਕਿਉਂਕਿ ਪਿਤਾ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੀ ਵੀ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕੀਤੀ। ਮਾਤਾ ਪਿਤਾ ਦਾ ਇਤਨਾ ਸਤਿਕਾਰ ਨਾਨਕ ਦੇ ਮਨ ਵਿੱਚ ਸੀ, ਉਹਨਾਂ ਨੇ ਕਿਹਾ 7 ਬਚਨ। ਪੰਡਤ ਹਰਦਿਆਲ ਆਏ ਨੇ ਤੇ ਉਹਨਾਂ ਨੇ ਆਪਣੇ ਸਮੇਂ ਦੇ ਨਾਲ ਜਨੇਊ ਤਿਆਰ ਕਰਨਾ ਆਰੰਭ ਕੀਤਾ। ਜੋ ਮੰਤਰ ਪੜ੍ਹਦੇ ਸਨ ਉਹ ਪੜ੍ਹਨੇ ਆਰੰਭ ਕੀਤੇ ਨੇ। ਜਿਸ ਤਰ੍ਹਾਂ ਜਨੇਊ ਤਿਆਰ ਹੋਇਆ ਤੇ ਨਾਨਕ ਨੂੰ ਕਹਿੰਦੇ ਨੇ, ਨਾਨਕ ਅੱਜ ਇਹ ਤੈਨੂੰ ਜਨੇਊ ਪਾਇਆ ਜਾਣਾ ਹੈ ਤੇ ਤੂੰ ਸਾਰਿਆਂ ਦੇ ਵਿੱਚ ਬੈਠਾ ਹੈ ਤੇ ਆ ਜਨੇਊ ਦੀ ਰਸਮ ਅੱਜ ਤੇਰੇ ਨਾਲ ਕੀਤੀ ਜਾਣੀ ਹੈ। ਜਿਸ ਤਰ੍ਹਾਂ ਇਹ ਜਨੇਊ ਪਾਉਣ ਲੱਗੇ ਨੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਡਤ ਦਾ ਹੱਥ ਪਕੜ ਲਿਆ। ਪੰਡਤ ਜੀ ਨੂੰ ਕਹਿਣ ਲੱਗੇ, ਨਾਨਕ
ਪੰਡਤ ਜੀ ਆ ਜੋ ਜਨੇਊ ਤੁਸੀਂ ਤਿਆਰ ਕੀਤਾ ਹੈ ਇਹ ਮੈਂ ਬਿਲਕੁਲ ਨਹੀਂ ਪਾਉਣਾ। ਪੰਡਤ ਹਰਦਿਆਲ ਹੈਰਾਨ ਹੋ ਗਿਆ, ਪਿਤਾ ਜੀ ਹੈਰਾਨ ਹੋ ਗਏ। ਜਿਤਨੇ ਵੀ ਗੁਰਮੁਖ ਸੱਜਣ ਆਏ ਸਨ ਸਾਰੇ ਹੈਰਾਨ ਹੋ ਗਏ ਵੀ ਇਹ ਤੇ ਰਸਮ ਬਹੁਤ ਜ਼ਰੂਰੀ ਹੈ, ਇਹ ਤੇ ਕਰਨੀ ਪੈਂਦੀ ਹੈ, ਇਹ ਤੈਨੂੰ ਪਾਉਣਾ ਪੈਣਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜਨੇਊ ਪਾਉਣ ਨੂੰ ਮੈਂ ਤਿਆਰ ਹਾਂ, ਪਰ ਆ ਜੋ ਤੁਸੀਂ ਜਨੇਊ ਤਿਆਰ ਕੀਤਾ ਹੈ ਇਹ ਕਿਤਨਾ ਸਮਾਂ ਚੱਲੇਗਾ। ਜਦੋਂ ਇਸ ਨੇ ਮੈਲਾ ਹੋਣਾ ਹੈ ਤੇ ਇਸ ਨੂੰ ਫਿਰ ਲਾ ਕੇ ਸੁੱਟਣਾ ਪੈਣਾ ਹੈ ਤੇ ਫਿਰ ਦੂਜਾ ਫਿਰ ਤਿਆਰ ਕਰਨਾ ਪੈਣਾ। ਨਾਨਕ ਕਹਿੰਦੇ ਨੇ ਇਹ ਜਨੇਊ ਮੈਂ ਨਹੀਂ ਪਾਉਣਾ। ਜੇ ਤੁਸੀਂ ਜਨੇਊ ਪਾਉਣਾ ਚਾਹੁੰਦੇ ਹੋ ਤੇ ਇਸਾਂ ਚੀਜ਼ਾਂ ਦਾ ਜਨੇਊ ਤਿਆਰ ਕਰੋ, ਉਹ ਮੈਂ ਜਨੇਊ ਪਾ ਸਕਦਾ ਹਾਂ। ਆਸਾ ਜੀ ਦੀ ਵਾਰ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨੇਊ ਦਾ ਜ਼ਿਕਰ ਕੀਤਾ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਜਿਹੜੀ ਕਪਾਹ ਹੈ ਇਹ ਦਇਆ ਦੀ ਹੋਵੇ, ਕਿਉਂਕਿ ਬੰਦੇ ਅੰਦਰ ਦਇਆ ਹੈ ਹੀ ਨਹੀਂ। ਦਇਆ ਕਪਾਹ ਸੰਤੋਖ ਸੂਤ, ਇਹਨੂੰ ਜੋ ਤੁਸੀਂ ਸੂਤਰਦੇ ਹੋ ਵੱਟਦੇ ਹੋ ਇਹਦੇ ਅੰਦਰ ਸੰਤੋਖ ਹੋਵੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਆ ਜੋ ਤੁਸੀਂ ਗੰਢਾਂ ਦਿੰਦੇ ਹੋ ਇਹ ਜਤ ਦੀਆਂ ਹੋਣ, ਜਿਹਦੇ ਅੰਦਰ ਸੰਜਮ ਜਿਹਨੂੰ ਕਿਹਾ ਜਾਂਦਾ ਹੈ। ਇਹ ਸੰਜਮ ਜੇ ਸਾਰਾ ਕੁਝ ਸਾਡੇ ਅੰਦਰ ਹੈ ਤੇ ਜਨੇਊ ਪਾਉਣ ਦਾ ਲਾਭ ਹੈ, ਨਹੀਂ ਤੇ ਜਨੇਊ ਪਾਉਣ ਦਾ ਲਾਭ ਕੀ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਕਤ। ਇਸ ਤਰ੍ਹਾਂ ਦਾ ਜਨੇਊ ਜੇ ਪੰਡਤ ਜੀ ਤੁਹਾਡੇ ਕੋਲ ਹੈ ਤੇ ਮੈਂ ਪਾਉਣ ਨੂੰ ਤਿਆਰ ਹਾਂ। ਪਰ ਇੱਕ ਗੱਲ ਇਹ ਵੀ ਹੈ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ। ਇਹ ਮੈਲਾ ਵੀ ਨਹੀਂ ਹੋਣਾ ਚਾਹੀਦਾ, ਇਹ ਸੜਨਾ ਵੀ ਨਹੀਂ ਚਾਹੀਦਾ, ਨਾ ਇਹ ਜਲੈ ਨਾ ਜਾਏ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਪੰਡਤ ਜੀ ਐਸਾ ਕੋਈ ਜਨੇਊ ਹੈ ਤੇ ਤੁਸੀਂ ਮੈਨੂੰ ਪਾ ਸਕਦੇ ਹੋ। ਪੰਡਤ ਹਰਦਿਆਲ ਨੇ ਜਦੋਂ ਐਸੀਆਂ ਗੱਲਾਂ ਸੁਣੀਆਂ ਨੇ ਤੇ ਪੰਡਤ ਹਰਦਿਆਲ ਨੇ ਨਾਨਕ ਨੂੰ ਨਮਸਕਾਰ ਕਰ ਦਿੱਤੀ ਹੈ। ਪਿਤਾ ਮਹਿਤਾ ਕਾਲੂ ਦੇਖ ਕੇ ਹੈਰਾਨ ਹੋ ਗਏ ਵੀ ਨਾਨਕ ਨੂੰ ਜਿਹੜਾ ਵੀ ਦੇਖਦਾ ਹੈ ਨਮਸਕਾਰ ਕਰ ਦਿੰਦਾ ਹੈ। ਨਾਨਕ ਵਿੱਚ ਐਸੀ ਹੈ ਕੀ ਚੀਜ਼। ਪਿਤਾ ਕਾਲੂ ਨੇ ਕੇਵਲ ਤੇ ਕੇਵਲ ਉਸ ਨੂੰ ਆਪਣਾ ਪੁੱਤਰ ਮੰਨਿਆ ਹੈ, ਇਸ ਤੋਂ ਅੱਗੇ ਉਹ ਸਮਝ ਨਹੀਂ ਸਕੇ। ਭੈਣ ਨਾਨਕੀ ਸਮਝ ਗਈ, ਦੌਲਤਾਂ ਦਾਈ ਸਮਝ ਗਈ, ਰਾਏ ਬੁਲਾਰ ਸਮਝ ਗਿਆ, ਉਤੋਂ ਦੇ ਰਹਿਣ ਵਾਲੇ ਕਈ ਪਤਵੰਤੇ ਸੱਜਣ ਸਮਝ ਗਏ, ਪਰ ਪਿਤਾ ਨਾਨਕੀ ਨੂੰ ਪਿਤਾ ਹੀ ਨਹੀਂ ਸਮਝ ਸਕੇ। ਮਹਿਤਾ ਕਾਲੂ ਨੇ ਕਿਹਾ ਨਾਨਕ ਹੈ ਕੀ। ਜਿਹੜਾ ਵੀ ਕਹਿੰਦਾ ਨਮਸਕਾਰ ਕਰ ਦਿੰਦਾ ਹੈ। ਹਰਦਿਆਲ ਨੇ ਵੀ ਨਮਸਕਾਰ ਕੀਤੀ ਹੈ। ਪਿਤਾ ਕਾਲੂ ਕਹਿਣ ਲੱਗੇ ਜਨੇਊ ਕਿਉਂ ਨਹੀਂ ਪਾ ਰਹੇ। ਹਰਦਿਆਲ ਪੰਡਤ ਕਹਿੰਦਾ ਜੋ ਇਹ ਜਨੇਊ ਮੰਗਦੇ ਨੇ ਉਹ ਜਨੇਊ ਮੈਂ ਨਹੀਂ ਤਿਆਰ ਕਰ ਸਕਦਾ। ਨਾ ਸਾਡੇ ਅੰਦਰ ਦਇਆ ਹੈ, ਨਾ ਸੰਤੋਖ ਹੈ, ਨਾ ਜਤ ਹੈ, ਨਾ ਕੋਈ ਸੰਜਮ ਹੈ। ਇਸ ਤਰ੍ਹਾਂ ਦਾ ਜਨੇਊ ਕਿੱਥੋਂ ਲਿਆਈਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਇਹ ਜਨੇਊ ਪਾਉਣ ਦੇ ਨਾਲ ਕੋਈ ਉੱਚ ਜਾਤੀ ਦਾ ਨਹੀਂ ਬਣਿਆ। ਜਿਨ੍ਹਾਂ ਦੇ ਅੰਦਰ ਇਹ ਸਭ ਕੁਝ ਹੈ ਉਹ ਹਮੇਸ਼ਾ ਹੀ ਉੱਚਾ ਹੈ। ਜਿਹਦੇ ਅੰਦਰ ਦਇਆ ਹੈ, ਸੰਤੋਖ ਹੈ, ਧਰਮ ਹੈ, ਸੰਜਮ ਹੈ। ਸਤਿਗੁਰ ਕਹਿੰਦੇ ਨੇ ਨਾਨਕ ਉਹ ਤੇ ਸਭ ਤੋਂ ਉੱਚਾ ਹੈ। ਜੇ ਦਇਆ ਨਹੀਂ ਹੈ, ਸੰਤੋਖ ਨਹੀਂ ਹੈ, ਜਿਤਨੇ ਤੁਸੀਂ ਮਰਜ਼ੀ ਇਹ ਵਟ ਕੇ ਪਾਈ ਜਾਓ ਇਹਦਾ ਕੋਈ ਲਾਭ ਵੀ ਨਹੀਂ ਹੈ। ਜਦੋਂ ਇਹ ਗੱਲ ਸੁਣੀ ਹੈ ਤੇ ਸਾਰੀ ਸੰਗਤ ਵੀ ਹੈਰਾਨ ਹੋ ਗਈ, ਜਿਤਨੇ ਬੈਠੇ ਸਨ। ਨਾਨਕ ਬਿਲਕੁਲ ਠੀਕ ਕਹਿ ਰਿਹਾ ਹੈ। ਨਾਨਕ ਨੇ ਜਨੇਊ ਨਹੀਂ ਪਾਇਆ, ਕਿਉਂਕਿ ਜਨੇਊ ਦੀ ਇੱਕ ਰਸਮ ਹੈ। ਇਹ ਕੇਵਲ ਤੇ ਕੇਵਲ ਹਿੰਦੂ ਧਰਮ ਦੇ ਅੰਦਰ ਮਰਦ ਹੀ ਪਹਿਨ ਸਕਦਾ ਹੈ, ਔਰਤ ਜਨੇਊ ਨਹੀਂ ਪਹਿਨ ਸਕਦੀ। ਸਿੱਖ ਧਰਮ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਾਨੂੰ ਅੰਮ੍ਰਿਤ ਛਕਾ ਕੇ ਸ਼ਸਤਰ ਧਾਰਨ ਕੀਤਾ, ਇਹ ਮਰਦ ਵੀ ਪਹਿਨ ਸਕਦਾ ਹੈ ਤੇ ਔਰਤ ਵੀ ਪਹਿਨ ਸਕਦੀ ਹੈ। ਇਸ ਲਈ ਸਤਿਗੁਰ ਕਹਿੰਦੇ ਨੇ ਐਸਾ ਸ਼ਸਤਰ ਧਾਰਨ ਕਰੋ ਜੋ ਔਖੇ ਵੇਲੇ ਤੁਹਾਡੀ ਰੱਖਿਆ ਵੀ ਕਰ ਸਕੇ। ਇਹ ਜਨੇਊ ਨੇ ਕੀ ਰੱਖਿਆ ਕਰਨੀ ਹੈ। ਨਾਨਕ ਨੇ ਜਦੋਂ ਇਨਕਾਰ ਕੀਤਾ ਹੈ ਤੇ ਬਹੁਤ ਹੈਰਾਨ ਹੋ ਗਏ।
ਮਹਿਤਾ ਕਾਲੂ ਨੇ ਬਹੁਤ ਯਤਨ ਕੀਤੇ ਨੇ ਪਰ ਨਾਨਕ ਨਹੀਂ ਮੰਨੇ। ਉਹਨਾਂ ਦਾ ਅਸੀਂ ਅਵਤਾਰ ਪੁਰਬ 19 ਤਰੀਕ ਨੂੰ ਮਨਾਉਣਾ ਹੈ। ਯਤਨ ਕਰਨਾ ਹੈ ਕਿ ਸਾਹਿਬਾਂ ਦੇ ਪੂਰਨਿਆਂ ਤੇ ਚੱਲ ਕੇ ਜਦੋਂ ਅਸੀਂ ਜੀਵਨ ਬਤੀਤ ਕਰਾਂਗੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਫਿਰ ਤੁਸੀਂ ਪਾਖੰਡ ਤੋਂ ਬਚ ਜਾਓਗੇ, ਕੇਵਲ ਤੇ ਕੇਵਲ ਉਸ ਪਰਮਾਤਮਾ ਦੇ ਗੁਣ ਗਾਇਨ ਕਰੋਗੇ। ਕਿਉਂਕਿ ਰਸਨਾ ਨੇ ਜਿਸ ਪਰਮਾਤਮਾ ਦੇ ਗੁਣ ਗਾਇਨ ਕਰਨੇ ਨੇ, ਜੇ ਕਰਨੇ ਆਰੰਭ ਕਰ ਦੇ ਤੇ ਸਤਿਗੁਰ ਕਹਿੰਦੇ ਨੇ ਰਸਨਾ ਦੇ ਕਾਰਨ ਇਹ ਜੋ ਜੀਵਨ ਹੈ ਸਾਡਾ ਉੱਚ ਜਾਤੀ ਦਾ ਬਣ ਜਾਂਦਾ ਹੈ। ਹੁਣ ਚਮਾਰ ਜਾਤੀ ਦੇ ਸਿਮਰਨ ਕਰਦੇ ਨੇ। ਰਵਿਦਾਸ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਮੌਜੂਦ ਨੇ, ਉਹ ਉੱਚ ਜਾਤੀ ਦੇ ਬਣ ਗਏ ਨੇ, ਹੈ ਨੀਵੀਂ ਜਾਤ ਦੇ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦੀ ਬਾਣੀ ਮੌਜੂਦ ਹੈ। ਕਿਉਂਕਿ ਉਹਨਾਂ ਨੇ ਕੋਈ ਜਨੇਊ ਧਾਰਨ ਨਹੀਂ ਕੀਤਾ, ਕੇਵਲ ਤੇ ਕੇਵਲ ਪਰਮਾਤਮਾ ਦਾ ਸਿਮਰਨ ਕੀਤਾ ਹੈ। ਹਰੀ ਹਰੀ ਪਰਮਾਤਮਾ ਨੂੰ ਦਿਨ ਰਾਤ ਆਰਾਧਨਾ ਕੀਤਾ ਹੈ ਤੇ ਉਹਨਾਂ ਨੂੰ ਅੱਜ ਵੀ ਅਸੀਂ ਨਮਸਕਾਰ ਕਰ ਰਹੇ ਹਾਂ। ਜਨੇਊ ਧਾਰਨ ਕਰਨ ਦੇ ਨਾਲ ਕੋਈ ਉੱਚ ਜਾਤੀ ਦਾ ਨਹੀਂ ਬਣ ਸਕਦਾ। ਤੁਹਾਡੀ ਵਿਚਾਰ ਹੀ ਤੁਹਾਨੂੰ ਉੱਚਾ ਬਣਾ ਸਕਦੀ ਹੈ, ਨਹੀਂ ਤੇ ਬੰਦਾ ਉੱਚੀ ਜਾਤ ਦਾ ਹੋਣ ਦੇ ਬਾਵਜੂਦ ਵੀ ਵਿਚਾਰ ਸਾਡੇ ਨੀਵੇਂ ਨੇ ਤੇ ਬੰਦਾ ਨੀਵਾਂ ਹੀ ਗਿਣਿਆ ਜਾਏਗਾ, ਉੱਚਾ ਨਹੀਂ ਗਿਣਿਆ ਜਾ ਸਕਦਾ। ਇਸ ਲਈ ਸਤਿਗੁਰ ਸਮਝਾਉਣਾ ਕੀਤਾ ਹੈ। ਅੱਜ ਦੇ ਹੁਕਮਨਾਮੇ ਦੇ ਅੰਦਰ ਬਹੁਤ ਸੁੰਦਰ ਸਮਝਾਇਆ ਹੈ। ਇਸ ਰਸਨਾ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਸਮਝਾ ਰਹੇ ਨੇ, ਆਓ ਸਾਰੇ ਹੀ ਮਿਲ ਜੁਲ ਕੇ ਪੜ੍ਹਦੇ ਹਾਂ, ਮਿਲ ਕੇ ਰਸਨਾ ਪਵਿੱਤਰ ਕਰਦੇ ਹਾਂ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਇ। ਅੱਜ ਦਾ ਜੋ ਮੁੱਖ ਵਾਕ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 713 ਤੇ 14 ਤੇ ਸੁਭਾਇਮਾਨ ਕੀਤਾ ਹੈ। ਅੱਜ ਸਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਸੁੰਦਰ ਸਮਝਾ ਰਹੇ ਨੇ ਕਿ ਰਸਨਾ ਗੁਣ ਗੋਪਾਲ ਨਿਤ ਗਾਇਣ। ਇਹ ਭਾਈ ਰਸਨਾ ਭਾਵ ਜੀਵ ਹਰ ਪ੍ਰਕਾਰ ਦੇ ਸੁੱਖਾਂ ਦੇ ਖਜ਼ਾਨੇ ਦੇ ਮਾਲਕ ਗੋਪਾਲ ਪ੍ਰਭੂ ਦੇ ਜਦੋਂ ਗੁਣ ਗਾਉਂਦੀ ਹੈ, ਇਹ ਦਿਨ ਰਾਤ ਗੁਣ ਗਾਉਂਦੀ ਰਹਿੰਦੀ ਹੈ। ਤੇ ਸਤਿਗੁਰ ਕਹਿੰਦੇ ਨੇ ਫਿਰ ਕੀ ਪ੍ਰਾਪਤ ਹੁੰਦਾ ਹੈ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਇ। ਗੁਣ ਗਾਉਣ ਕਰਨ ਦੇ ਨਾਲ ਸਤਿਗੁਰ ਕਹਿੰਦੇ ਨੇ ਇਸ ਰਸਨਾ ਨੇ ਜਦੋਂ ਗੁਣ ਗਾਇਨ ਕੀਤੇ ਹਨ, ਗੁਣ ਗਾਉਣ ਦੇ ਨਾਲ ਮਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ, ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ, ਆਨੰਦ ਪੈਦਾ ਹੋ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਭੱਜ ਜਾਂਦੇ ਨੇ। ਦੁੱਖ ਦੂਰ ਭੱਜ ਜਾਂਦੇ ਨੇ ਤੇ ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਇਨ। ਮਨ ਦੇ ਅੰਦਰ ਸੁਖ ਆਨੰਦ ਪੈਦਾ ਹੋ ਜਾਂਦੇ ਨੇ ਤੇ ਸਗਲੇ ਦੁਖ ਭਲਾਇਨ, ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸੁਖ ਦਾ ਪ੍ਰਵੇਸ਼ ਹੋ ਜਾਂਦਾ ਹੈ। ਇੱਕ ਕੇਵਲ ਤੇ ਕੇਵਲ ਰਸਨਾ ਜਦੋਂ ਪਰਮਾਤਮਾ ਦੇ ਗੁਣ ਗਾਇਨ ਕਰਨੇ ਆਰੰਭ ਕਰ ਦਿੰਦੀ ਹੈ। ਅੱਗੇ ਸਮਝਾਉਣਾ ਕੀਤਾ ਹੈ, ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰਿ ਕੇ ਚਰਨ ਰਸਾਇਨ। ਮਨੁੱਖ ਜੋ ਵੀ ਕੁਛ ਪ੍ਰਭੂ ਪਾਸੋਂ ਮੰਗਦਾ ਹੈ, ਉਹ ਸਭ ਕੁਛ ਹੀ ਸਾਰੀਆਂ ਰਸਾਂ ਦੇ ਘਰ ਪ੍ਰਭੂ ਦੇ ਮਾਲਕ ਨੇ ਉਸ ਨੂੰ ਦਿੱਤੇ ਹਨ। ਜੋ ਦਿਨ ਰਾਤ ਪ੍ਰਭੂ ਦੇ ਚਰਨ ਸੇਵਦਾ ਹੈ, ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਉਸ ਪ੍ਰਭੂ ਤੋਂ ਹੀ ਉਹ ਦਾਤਾਂ ਪ੍ਰਾਪਤ ਕਰਦਾ ਹੈ ਜੋ ਉਹ ਦਿਨ ਰਾਤ ਪ੍ਰਭੂ ਦੇ ਦਰ ਤੋਂ ਮੰਗ ਰਿਹਾ ਹੈ। ਜਿਸ ਤਰ੍ਹਾਂ ਦਾਸ ਤੇ ਵੀ ਅੱਜ ਸਤਿਗੁਰ ਨੇ ਕਿਰਪਾ ਕੀਤੀ ਹੈ, ਇੱਕ ਪਾਸੇ ਦਾਸ ਦੇ ਘਰ ਦੁੱਖ ਦਾ ਪ੍ਰਵੇਸ਼ ਹੋਇਆ ਤੇ ਇੱਕ ਪਾਸੇ ਦਾਸ ਦੇ ਘਰ ਸੁੱਖ ਵੀ ਆਇਆ ਹੈ। ਦਾਤੇ ਤੋਂ ਮੰਗੀ ਪੋਤਰੀ ਦੀ ਦਾਤ ਤੇ ਸਤਿਗੁਰ ਨੇ ਅੱਜ ਸਾਨੂੰ ਸਵੇਰੇ ਅੰਮ੍ਰਿਤ ਵੇਲੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ। ਇਹ ਸਤਿਗੁਰ ਦਾ ਸ਼ੁਕਰਾਨਾ ਹੈ। ਇੱਕ ਪਾਸੇ
ਦਾਸ ਦੇ ਗ੍ਰਹਿ ਵਿਖੇ ਜੋ ਸਾਡੇ ਸਾਸੂ ਮਾਂ ਸਨ, ਉਹ ਕੱਲ ਨੂੰ ਚੜ੍ਹਾਈ ਕਰ ਗਏ। ਇੱਕ ਪਾਸੇ ਦੁੱਖ ਹੈ ਤੇ ਇੱਕ ਪਾਸੇ ਸੁੱਖ ਹੈ। ਇਹ ਸੁੱਖ ਤੇ ਦੁੱਖ ਪ੍ਰਮਾਤਮਾ ਦਾ ਭਾਣਾ ਹੈ। ਉਹਦੇ ਭਾਣੇ ਅੰਦਰ ਚੱਲ ਕੇ ਹੀ ਜੀਵਨ ਬਤੀਤ ਕੀਤਾ ਜਾਂਦਾ ਹੈ। ਮਨ ਤੇ ਬਹੁਤ ਕੁਝ ਚਾਹੁੰਦਾ ਹੈ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ। ਇਸ ਲਈ ਸਤਿਗੁਰ ਕਹਿੰਦੇ ਨੇ, ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰਿ ਕੇ ਚਰਨ ਰਸਾਇਨ। ਜਦੋਂ ਅਸੀਂ ਦਿਨ ਰਾਤ ਪ੍ਰਭੂ ਮਾਲਕ ਦੇ ਗੁਣ ਗਾਇਨ ਕਰਦੇ ਹਾਂ, ਜੁੜ ਕੇ ਜਦੋਂ ਉਸ ਦੀ ਦਾਤਾਂ ਨੂੰ ਮੰਗਦੇ ਹਾਂ ਤੇ ਸਤਿਗੁਰ ਉਹ ਦਾਤਾਂ ਦਿੰਦਾ ਹੈ। ਜੋ ਸਤਿਗੁਰ ਨੂੰ ਮਨਜ਼ੂਰ ਹੈ ਮਿਲਦਾ ਉਹੀ ਹੈ। ਅਸੀਂ ਤੇ ਬਹੁਤ ਕੁਝ ਮੰਗਦੇ ਹਾਂ, ਪਰ ਦਾਤੇ ਨੇ ਜੋ ਉਸ ਦਾਤੇ ਨੂੰ ਚੰਗਾ ਲੱਗਦਾ ਹੈ ਉਹ ਸਾਨੂੰ ਦਿੰਦਾ ਹੈ। ਜਨਮ ਮਰਨ ਦੋਹੂ ਤੇ ਛੁਟੈ, ਭਵ ਜਲ ਜਗਤ ਤਰਾਇਣ। ਅਜਿਹੇ ਸੇਵਕ ਜਨ ਤੇ ਪ੍ਰਵਾਨ ਹਨ ਜੋ ਜਨਮ ਮਰਨ ਦੇ ਗੇੜ ਤੋਂ ਬਚ ਜਾਂਦੇ ਹਨ। ਭਾਵ ਜਨਮ ਮਰਨ ਦੇ ਗੇੜ ਵਿੱਚ ਉਹੀ ਪੈਂਦੇ ਹਨ ਜੋ ਪ੍ਰਭੂ ਦੀ ਹਜ਼ੂਰੀ ਤੋਂ ਬਹੁਤ ਦੂਰ ਹਨ, ਜੋ ਗੁਰੂ ਕੀ ਸੰਗਤ ਨਹੀਂ ਕਰਦੇ, ਨਾਮ ਬਾਣੀ ਦਾ ਅਭਿਆਸ ਨਹੀਂ ਕਰਦੇ। ਉਹ ਭਾਈ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ। ਉਹ ਸੰਸਾਰ ਸਮੁੰਦਰ ਪਾਰ ਨਹੀਂ ਕਰ ਸਕਦੇ। ਜਿਨ੍ਹਾਂ ਦੀ ਰਸਨਾ ਭਾਵ ਪ੍ਰਮਾਤਮਾ ਦੇ ਗੁਣ ਗਾਇਨ ਨਹੀਂ ਕਰਦੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਨੇ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਪ੍ਰਭੂ ਦੇ ਸੇਵਕ ਖੋਜਦਿਆਂ ਖੋਜਦਿਆਂ ਅਖੀਰ ਪ੍ਰਭੂ ਦੀ ਅਸਲੀਅਤ ਨੂੰ ਵਿਚਾਰ ਲੈਂਦੇ ਹਨ, ਭਾਵ ਸਮਝ ਲੈਂਦੇ ਹਨ, ਤੇ ਪ੍ਰਭੂ ਅਜਿਹੇ ਸੇਵਕ ਦੇ ਦਾਸ ਦੇ ਸਾਰੇ ਹੀ ਦੁੱਖ ਦੂਰ ਕਰਕੇ ਉਹਨਾਂ ਨੂੰ ਆਸਰਾ ਦਿੰਦਾ ਹੈ, ਸਦਾ ਹੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ। ਅਖੀਰ ਤੇ ਸਮਝਾਉਂਦੇ ਨੇ, ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਨਾਨਕ ਬਖਸ਼ਿਸ਼ ਕਰਦੇ ਨੇ, ਇਹ ਗੱਲ ਕਹੋ ਕਿ ਹੇ ਭਾਈ, ਜੇ ਤੂੰ ਕਦੀ ਵੀ ਨਾ ਸੁਣਨ ਵਾਲੇ ਪ੍ਰਮਾਤਮਾ ਨੂੰ ਪਾਉਣਾ ਚਾਹੁੰਦਾ ਹੈ, ਜਿਨ੍ਹਾਂ ਦੀ ਸ਼ਕਤੀ ਕਦੀ ਮੁੱਕਣ ਵਾਲੀ ਨਹੀਂ ਹੈ, ਜੋ ਸੰਦੀਪ ਕਾਲ ਵਿੱਚ ਹਾਜ਼ਰ ਨਾਜ਼ਰ ਨੇ, ਜੇ ਤੂੰ ਉਹਨਾਂ ਨੂੰ ਪਾਉਣਾ ਚਾਹੁੰਦਾ ਹੈ ਤੇ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰ। ਸਿਮਰਨ ਕੀਤਿਆਂ ਹੀ ਤੇਰੇ ਅੰਦਰ ਉਹ ਰਸ ਪੈਦਾ ਹੋ ਸਕਦਾ ਹੈ। ਜਿਸ ਰਸ ਨੂੰ ਦੁਨੀਆ ਚਾਹੁੰਦੀ ਹੈ, ਉਹ ਰਸ ਉਹਨਾਂ ਨੂੰ ਮਿਲਿਆ ਜਿਨ੍ਹਾਂ ਤੇ ਕਿਰਪਾ ਹੋਈ। ਇਸ ਲਈ ਸਤਿਗੁਰ ਸਮਝਾਉਂਦੇ ਨੇ, ਇਹ ਰਸਨਾ ਪਰਮਾਤਮਾ ਦੇ ਗੁਣ ਦਿਨ ਰਾਤ ਗਾਇਨ ਕਰ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਉਹਨਾਂ ਦੇ ਸਾਰੇ ਦੁੱਖ ਕਲੇਸ਼ ਸਤਿਗੁਰ ਦੂਰ ਕਰਦੇ ਹਨ, ਜਿਨ੍ਹਾਂ ਨੇ ਭਾਈ ਦਿਨ ਰਾਤ ਪ੍ਰਭੂ ਦੇ ਗੁਣ ਗਾਇਨ ਕੀਤੇ ਹਨ। ਯਤਨ ਕਰਿਆ ਕਰੋ ਸਮੇਂ ਸਿਰ ਆ ਕੇ ਆਪਾਂ ਗੁਰਬਾਣੀ ਨੂੰ ਸਰਵਣ ਕਰੀਏ, ਕਿਉਂਕਿ ਠੰਡ ਦਾ ਮੌਸਮ ਹੁਣ ਜ਼ਿਆਦਾ ਹੁੰਦਾ ਜਾ ਰਿਹਾ ਹੈ। ਆਪਾਂ ਠੰਡ ਨੂੰ ਨਹੀਂ ਮੁੱਖ ਰੱਖਣਾ, ਗੁਰੂ ਕੀ ਬਾਣੀ ਨੂੰ ਮੁੱਖ ਰੱਖਣਾ ਹੈ। ਸਤਿਗੁਰ ਕੀ ਬਾਣੀ ਨੂੰ ਜਦੋਂ ਪੜੋਗੇ ਤੇ ਸਤਿਗੁਰ ਕਹਿੰਦੇ ਨੇ, ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੈ ਬਉਖਾਰਾ, ਗੁਰ ਸਿੱਖ ਲੰਘ ਗੁਰੂ ਪੈ ਜਾਈ। ਇਸ ਤਰ੍ਹਾਂ ਆਪਾਂ ਗੁਰੂ ਕੇ ਸੇਵਕ ਬਣਨਾ। ਇਹ ਨਹੀਂ ਕਿ ਠੰਡ ਹੋ ਗਈ ਹੈ ਕਿ ਆਪਾਂ ਸਾਰੇ ਹਾਲ ਖਾਲੀ ਹੁੰਦੇ ਨੇ। ਕੀਰਤਨੀय ਸਿੰਘ ਕੀਰਤਨ ਕਰ ਜਾਂਦੇ ਨੇ, ਕਥਾ ਵਾਚਕ ਕਥਾ ਕਰ ਜਾਂਦੇ ਨੇ, ਪਰ ਜੋ ਉਹ ਸਾਡੇ ਅੰਦਰ ਆਨੰਦ ਪੈਦਾ ਹੋਣਾ ਚਾਹੀਦਾ ਹੈ, ਉਹ ਨਹੀਂ ਹੋ ਸਕਦਾ। ਇਸ ਲਈ ਯਤਨ ਤੁਸੀਂ ਕਰਨਾ ਹੈ, ਸਮੇਂ ਸਿਰ ਆ ਕੇ ਜੁੜੋ, ਤਾਂ ਕਿ ਅਸੀਂ ਗੁਰਬਾਣੀ ਨੂੰ ਸਰਵਣ ਕਰਕੇ ਇਸ ਜੀਵਨ ਨੂੰ ਸਫਲ ਕਰ ਸਕੀਏ। ਗਾਵਿਆ ਸੁਣਿਆ ਦਰਗਾਹ ਵਿੱਚ ਲੇਖੇ ਪਏ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਵਣ ਕਰ ਰਹੇ ਸੀ ਕਥਾ ਵਿਚਾਰ ਗਿਆਨੀ ਜਸਵਿੰਦਰ ਸਿੰਘ ਜੀ ਤੋਂ ਅੱਜ ਦਾ ਹੁਕਮਨਾਮਾ। ਆਪ ਜੀ ਇਸੇ ਤਰ੍ਹਾਂ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਤੇ YouTube ਤੇ ਜੁੜੇ ਰਹੋ। ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।